हेलो एवरीवन वेलकम टू द चैनल। सो ਆਪਾਂ ਪਿਛਲੀ ਵੀਡੀਓ 'ਚ ਕੀਤਾ ਸੀ ਮਾਈਟੋਸਿਸ ਦੇ ਬਾਰੇ। ਮਾਈਟੋਸਿਸ ਜਿਹੜੀ ਹੁੰਦੀ ਹੈ ਇਹ ਇਕੁਏਸ਼ਨਲ ਡਿਵੀਜ਼ਨ ਆ, ਮਤਲਬ ਇਕੁਅਲ ਨੰਬਰ ਆਫ ਕ੍ਰੋਮੋਜ਼ੋਮਸ ਪਾਸ ਕਰਦੇ ਹੈਗੇ ਆ ਨੈਕਸਟ ਡਾਟਰ ਸੈੱਲ ਦੇ ਵਿੱਚ। ਉੱਦਾਂ ਹੀ ਜਿਹੜੀ ਮਾਈਟੋਸਿਸ ਆ ਉਹ ਕੀ ਹੁੰਦੀ ਹੈਗੀ ਆ, ਜਿਹੜੇ ਨੋਰਮਲ ਸੈਲਸ ਹੁੰਦੇ ਹੈਗੇ ਸੋਮੈਟਿਕ ਸੈਲਸ ਹੁੰਦੇ ਆ ਉਹਨਾਂ ਦੇ ਵਿੱਚੋਂ ਮਾਈਟੋਸਿਸ ਹੁੰਦੀ ਆ। ਹੁਣ ਮਿਓਸਿਸ ਦੀ ਗੱਲ ਕਰੀਏ ਤਾਂ ਮਿਓਸਿਸ ਕੀ ਹੈਗੀ ਆ, ਮਿਓਸਿਸ ਜਰਮ ਸੈਲਸ ਦੇ ਵਿੱਚ ਹੁੰਦੀ ਆ, ਜਰਮ ਸੈਲਸ ਦੇ ਵਿੱਚ ਹੁੰਦੀ ਹੈਗੀ ਆ, ਜਾਂ ਇਹ ਹੁੰਦੀ ਹੈਗੀ ਆ ਜਿਹੜੇ ਰਿਪਰੋਡਕਟਿਵ ਸੈਲਸ ਹੁੰਦੇ ਆ। ਠੀਕ ਹੈ, ਰਿਪਰੋਡਕਟਿਵ ਸੈਲਸ ਦੇ ਅੰਦਰ ਹੁੰਦੀ ਆ ਇਹ। ਹੁਣ ਮਿਓਸਿਸ ਜਿਹੜੀ ਆ, ਮਾਈਟੋਸਿਸ ਤਾਂ ਇੱਕ ਫੇਜ਼ ਹੀ ਚੱਲਿਆ ਨਾ ਕਿ ਦੋ ਡਾਟਰ ਸੈਲਸ ਬਣ ਗਏ ਉਹਦੇ ਫਾਈਨਲ ਸਾਈਟੋਕਾਈਨੇਸਿਸ ਦੇ ਥਰੂ। ਬਟ ਮਿਓਸਿਸ 'ਚ ਕੀ ਹੁੰਦਾ ਆ, ਮਿਓਸਿਸ 'ਚ ਮਿਓਸਿਸ 1 ਹੁੰਦੀ ਆ ਅਤੇ ਦੋ ਡਾਟਰ ਸੈਲਸ ਬਣਦੇ ਆ। ਫਰਦਰ ਮਿਓਸਿਸ 2 ਹੁੰਦੀ ਆ ਅਤੇ ਮਿਓਸਿਸ 2 ਦੇ ਦੌਰਾਨ ਅੱਗੇ ਦੋ ਡਾਟਰ ਸੈਲਸ ਪ੍ਰੋਡਿਊਸ ਹੁੰਦੇ ਆ। ਸੋ ਇਨ ਲਾਸਟ ਕਿੰਨੇ ਨੰਬਰ ਆਫ ਸੈਲਸ ਬਣਦੇ ਹੈਗੇ ਆ, ਟੋਟਲ 4 ਨੰਬਰ ਆਫ ਸੈਲਸ ਮਿਓਸਿਸ 1 ਔਰ ਮਿਓਸਿਸ 2 ਕੰਪਲੀਟ ਪ੍ਰੋਸੈਸ ਦੇ ਦੌਰਾਨ ਬਣਦੇ ਆ। ਹੁਣ ਜਿਹੜੇ ਇਹ ਸਭ ਤੋਂ ਪਹਿਲੇ ਕੀ ਸੀਗਾ ਕਿ ਜਿਹੜਾ ਇਹ ਸੈੱਲ ਹੈ ਇਹ ਡਿਪਲੋਇਡ ਹੁੰਦਾ, 2n ਹੁੰਦਾ, ਡਿਪਲੋਇਡ ਹੁੰਦਾ ਆ। ਜਿੱਦਾਂ ਹੀ ਮਿਓਸਿਸ 1 ਹੁੰਦੀ ਆ ਤਾਂ ਇਹ ਨੰਬਰ ਜਿਹੜੇ ਹੈਗੇ ਆ ਇਹ ਹੈਪਲੋਇਡ 'ਚ ਚਲੇ ਜਾਂਦੇ ਆ। ਮਤਲਬ ਇਹਨੂੰ ਆਪਾਂ ਕੀ ਕਵਾਂਗੇ, ਇਹ ਕੀ ਹੈਗੀ ਰਿਡਕਸ਼ਨਲ ਡਿਵੀਜ਼ਨ। ਠੀਕ ਹੈ, ਜਿਹੜੀ ਮਿਓਸਿਸ 1 ਹੁੰਦੀ ਹੈ ਰਿਡਕਸ਼ਨਲ ਡਿਵੀਜ਼ਨ ਹੈ। ਕਿਉਂਕਿ ਜਿਹੜੇ ਪੇਰੈਂਟ ਦੇ ਵਿੱਚ ਜਿੰਨੇ ਨੰਬਰ ਆਫ ਕ੍ਰੋਮੋਜ਼ੋਮ ਸੀ ਉਹ ਹਾਫ ਹੋ ਕੇ ਅੱਗੇ ਪਹੁੰਚ ਪਾਏ ਹੈਗੇ ਆ। ਔਰ ਮਿਓਸਿਸ 2 ਦੇ ਵਿੱਚ ਕੀ ਹੁੰਦਾ, ਜਿਹੜੀ ਇਹ ਫਰਦਰ ਮਿਓਸਿਸ 2 ਦੇ ਦੌਰਾਨ ਜਦੋਂ ਡਿਵੀਜ਼ਨ ਹੁੰਦੀ ਆ ਤਾਂ n ਨੰਬਰ ਆਫ ਕ੍ਰੋਮੋਜ਼ੋਮਸ ਹੀ ਪਾਸ ਕਰਦੇ ਆ। ਮਤਲਬ ਇਹਦੇ ਵਿੱਚ ਕੀ ਹੁੰਦਾ, ਇਹ ਜਿੰਨੇ ਕ੍ਰੋਮੋਜ਼ੋਮਸ ਜਾਂ ਜਿੰਨਾ ਮੈਟੀਰੀਅਲ ਮਿਓਸਿਸ 1 ਦੇ ਦੌਰਾਨ ਬਣੇ ਸੈਲਸ ਦੇ ਵਿੱਚ ਹੀ ਓਨਾ ਹੀ ਅੱਗੇ ਪਾਸ ਕਰਦਾ ਹੈਗਾ ਨੈਕਸਟ ਜਿਹੜੇ ਸੈਲਸ ਬਣਦੇ ਆ। ਠੀਕ ਹੈ, ਸੋ ਇਹਨੂੰ ਅਸੀਂ ਕੀ ਕਹਿੰਦੇ ਹੈਗੇ ਰਿਡਕਸ਼ਨਲ ਡਿਵੀਜ਼ਨ, ਕਿਉਂਕਿ ਨੰਬਰ ਆਫ ਕ੍ਰੋਮੋਜ਼ੋਮਸ ਹਾਫ ਹੋ ਜਾਂਦੇ। ਇਹਨੂੰ ਅਸੀਂ ਬੋਲਦੇ ਇਕੁਏਸ਼ਨਲ ਡਿਵੀਜ਼ਨ। ਮਿਓਸਿਸ 2 ਇਜ਼ ਇਕੁਏਸ਼ਨਲ ਡਿਵੀਜ਼ਨ ਕਿਉਂਕਿ ਇਕੁਅਲ ਨੰਬਰ ਆਫ ਕ੍ਰੋਮੋਜ਼ੋਮਸ ਹੀ ਅੱਗੇ ਪਾਸ ਕਰਨਗੇ। ਸੋ ਇਹਨਾਂ ਦੀ ਫੇਜ਼ ਚੱਲਦੀ ਹੈਗੀ ਆ। ਜਿੱਦਾਂ ਮਾਈਟੋਸਿਸ ਦੇ ਅੰਦਰ ਪ੍ਰੋਫੇਜ਼ ਮੈਟਾਫੇਜ਼ ਚੱਲਦੇ, ਸੇਮ ਇਹਦੇ ਅੰਦਰ ਵੀ ਜਿਹੜੀ ਮਿਓਸਿਸ 1 ਵਿੱਚ ਵੀ ਪ੍ਰੋਫੇਜ਼ 1, ਮੈਟਾਫੇਜ਼ 1, ਐਨਾਫੇਜ਼ 1, ਟੈਲੋਫੇਜ਼ 1 ਕੰਮ ਕਰਦਾ। ਔਰ ਮਿਓਸਿਸ 2 'ਚ ਵੀ ਸੇਮ ਇੱਦਾਂ ਹੁੰਦਾ ਆ। ਠੀਕ ਹੈ, ਬਟ ਜਿਹੜਾ ਆਪਣਾ ਮਿਓਸਿਸ ਦਾ ਜਿਹੜਾ M1 ਫੇਜ਼ ਹੁੰਦਾ ਆ, ਮਤਲਬ ਜਿਹੜਾ ਪ੍ਰੋਫੇਜ਼ ਹੁੰਦਾ ਆ, ਪ੍ਰੋਫੇਜ਼ 1, ਉਹਦੇ ਫਰਦਰ 5 ਟਾਈਪਸ ਆ। ਉਹਦੇ ਵਿੱਚ ਡਿਪਲੋਟੀਨ ਹੋ ਗਿਆ, ਠੀਕ ਹੈ, ਪੈਕੀਟੀਨ ਹੋ ਗਿਆ, ਜ਼ਾਈਗੋਟੀਨ ਹੋ ਗਿਆ, ਡਾਈਕਾਈਨੇਸਿਸ ਹੋ ਗਈ, ਹੈ ਨਾ। ਮਤਲਬ ਇਹ ਟੋਟਲ 5 ਸਟੈਪਸ ਹੁੰਦੇ ਹੈਗੇ ਆ। ਮਤਲਬ ਹੁਣ ਆਪਾਂ ਅੱਗੇ ਇਹਨਾਂ ਬਾਰੇ ਹੀ ਕਰਦੇ ਹੈਗੇ ਆ। ਅੱਗੇ ਸਟਾਰਟ ਕਰਦੇ ਹਾਂ। ਮਿਓਸਿਸ ਕੀ ਆ, ਡਿਪਲੋਇਡ ਸੈੱਲ ਜਿਹੜੇ ਹੈਗੇ ਉਹ ਰਿਡਿਊਸ ਹੁੰਦੇ ਆ। ਡਿਪਲੋਇਡ ਸੈੱਲ ਕੀ ਬਣ ਜਾਂਦੇ ਆ, ਡਾਟਰ ਸੈਲਸ ਦੇ ਵਿੱਚ ਜਾ ਕੇ ਹੈਪਲੋਇਡ ਸੈੱਲ ਬਣ ਜਾਂਦੇ ਹੈਗੇ ਆ। ਜਿਹੜਾ ਗੈਮੀਟ ਬਣਦਾ ਉਹ ਹੈਪਲੋਇਡ ਸੈੱਲ ਬਣ ਜਾਂਦਾ ਆ। ਠੀਕ ਹੈ, ਗੈਮੀਟੋਜੈਨੇਸਿਸ ਦੇ ਦੌਰਾਨ ਮਿਓਸਿਸ ਦੀ ਪ੍ਰੋਸੈਸ ਹੁੰਦੀ, ਜਿੱਦਾਂ ਕਿ ਮੇਲ ਬਾਡੀ ਦੇ ਵਿੱਚ ਅਗਰ ਐਨੀਮਲਸ ਦੀ ਗੱਲ ਕਰੀਏ ਤਾਂ ਮੇਲ ਬਾਡੀ ਦੇ ਵਿੱਚ ਜਿਹੜੇ ਸਪਰਮਸ ਬਣਦੇ ਉਸ ਪ੍ਰਾਇਮਰੀ ਓਸਾਈਟਸ ਦੇ ਥਰੂ ਬਣਦੇ ਹੈਗੇ ਆ। ਠੀਕ ਹੈ, ਉਹ ਮਿਓਸਿਸ ਦੇ ਕਰਕੇ ਹੀ ਹੁੰਦਾ। ਫੀਮੇਲ ਦੇ ਵਿੱਚ ਓਵਰੀਜ਼ ਦੇ ਅੰਦਰ ਓਵਮ ਪ੍ਰੋਡਿਊਸ ਹੁੰਦੇ। ਠੀਕ ਹੈ, ਉਹ ਵੀ ਕਿਹਦੇ ਤੋਂ ਬਣਦੇ ਹੈਗੇ ਆ, ਮਿਓਸਿਸ ਦੇ ਦੌਰਾਨ ਹੀ ਬਣਦੇ ਆ। ਸੋ ਇਟ ਲੀਡਸ ਟੂ ਹੈਪਲੋਇਡ ਫੇਜ਼ ਇਨ ਦ ਲਾਈਫ ਸਾਈਕਲ ਆਫ ਸੈਕਸ਼ੁਅਲੀ ਰਿਪਰੋਡਿਊਸਿੰਗ ਆਰਗੈਨਿਜ਼ਮਸ। ਫਰਟੀਲਾਈਜੇਸ਼ਨ ਰਿਸਟੋਰ ਦਾ ਡਿਪਲੋਇਡ ਫੇਜ਼। ਠੀਕ ਹੈ, ਕਿ ਫਰਟੀਲਾਈਜੇਸ਼ਨ ਦੇ ਦੌਰਾਨ ਇਹਦੇ ਵਿੱਚ ਡਿਪਲੋਇਡ ਫੇਜ਼ ਰਿਸਟੋਰ ਰਹਿੰਦਾ ਆ। ਠੀਕ ਹੈ, ਔਰ ਇਹ ਕਿਹਨਾਂ ਦੇ ਵਿੱਚ ਹੁੰਦੀ, ਜਿਹੜੇ ਰਿਪਰੋਡਕਟਿਵ ਆਰਗੈਨਿਜ਼ਮਸ ਹੁੰਦੇ ਆ ਜਿਨ੍ਹਾਂ 'ਚ ਰਿਪਰੋਡਕਸ਼ਨ ਹੋ ਸਕਦੀ, ਉਹਨਾਂ ਦੇ ਵਿੱਚ ਇਹ ਮਿਓਸਿਸ ਦੀ ਪ੍ਰੋਸੈਸ ਹੁੰਦੀ ਆ। ਠੀਕ ਹੈ, ਹੁਣ ਕੀ ਦੱਸਿਆ ਹੋਇਆ ਮਿਓਸਿਸ ਬਾਰੇ ਕਿ ਮਿਓਸਿਸ ਦੇ 2 ਸਾਈਕਲ ਹੈ, ਮਿਓਸਿਸ 1 ਐਂਡ ਮਿਓਸਿਸ 2। ਠੀਕ ਹੈ, ਕਿ ਸਿੰਗਲ ਸਾਈਕਲ ਆਫ DNA ਰੈਪਲੀਕੇਸ਼ਨ, ਇੱਕ ਸਾਈਕਲ ਦੇ ਵਿੱਚ ਹੀ DNA ਰੈਪਲੀਕੇਸ਼ਨ ਹੁੰਦਾ। ਪਹਿਲੇ ਮਿਓਸਿਸ 1 ਦੇ ਲਈ ਹੁੰਦਾ ਆ। ਠੀਕ ਹੈ, ਮਿਓਸਿਸ ਦੇ ਦੌਰਾਨ ਫਿਰ ਹੈ ਕਿ ਇਹਦੇ ਵਿੱਚ ਕੀ ਹੁੰਦਾ ਆ ਕਿ ਜਿਹੜੇ ਕ੍ਰੋਮੋਜ਼ੋਮਸ ਹੋਮੋਲੋਗਸ ਕ੍ਰੋਮੋਜ਼ੋਮ ਆ, ਜਿੱਦਾਂ ਇਹ ਕੀ ਹੈਗੇ ਆ ਆਪਣੇ ਕੋਲ ਪੈਟਰਨਲ ਕ੍ਰੋਮੋਜ਼ੋਮ ਆ, ਇਹ ਵਾਲੇ ਹੈਗੇ ਮੈਟਰਨਲ ਕ੍ਰੋਮੋਜ਼ੋਮ। ਠੀਕ ਹੈ, ਹੁਣ ਪੈਟਰਨਲ ਮਤਲਬ ਫਾਦਰ ਔਰ ਮਦਰ ਦਾ ਜਿਹੜਾ ਇਹ ਵਾਲਾ ਕ੍ਰੋਮੋਜ਼ੋਮ ਆ, ਇਹ ਦੋਨੋਂ ਜਿਹੜੀ ਹੈਗੀ ਸਿਮਿਲਰ ਆ। ਇਹਨਾਂ ਨੂੰ ਅਸੀਂ ਜਦੋਂ ਇਹ ਇਕੱਠੇ ਹੋ ਜਾਣਗੇ ਇਸ ਤਰੀਕੇ ਨਾਲ, ਇਹਨਾਂ ਨੂੰ ਅਸੀਂ ਕੀ ਕਵਾਂਗੇ, ਇਹਨਾਂ ਨੂੰ ਅਸੀਂ ਕਵਾਂਗੇ ਹੋਮੋਲੋਗਸ ਕ੍ਰੋਮੋਜ਼ੋਮਸ। ਠੀਕ ਹੈ, ਹੁਣ ਇਹੀ ਕਿਹਾ ਕਿ ਇਹਨਾਂ 'ਚ ਹੋਮੋਲੋਗਸ ਕ੍ਰੋਮੋਜ਼ੋਮਸ 'ਚ ਪੇਅਰਿੰਗ ਹੁੰਦੀ ਆ, ਜਿਹਦੇ ਦੌਰਾਨ ਕੀ ਹੁੰਦਾ ਆ ਕਿ ਜਿਹੜੇ ਰਿਕੰਬੀਨੇਸ਼ਨ ਬਣਦਾ, ਮਤਲਬ ਪੇਰੈਂਟਲ ਔਰ ਮੈਟਰਨਲ
ਪੈਟਰਨਲ ਔਰ ਮੈਟਰਨਲ DNA ਦੋਨੋਂ ਹੈ ਤਾਂ ਅਲੱਗ ਹੀ ਨਾ, ਜਦੋਂ ਉਹ ਜੁਆਇਨ ਕਰਦੇ ਉਹਨਾਂ ਦਾ ਜੈਨੇਟਿਕ ਮੈਟੀਰੀਅਲ ਆਪਸ 'ਚ ਮਿਕਸ ਹੁੰਦਾ ਤਾਂ ਉਹਨੂੰ ਅਸੀਂ ਬੋਲਦੇ ਕਿ ਰਿਕੰਬੀਨੇਸ਼ਨ ਹੋ ਗਿਆ ਹੈ। ਠੀਕ ਹੈ, ਨੈਕਸਟ ਹੈ कि meiosis one begins after the replication of parental chromosome to form the identical sister chromatid at the S phase। ठीक है, synthesis phase ਦੇ ਵਿੱਚ ਕਹਿੰਦੇ ਜਿਹੜੇ sister chromatid ਬਣਦੇ ਹੈਗੇ ਆ ਨਾ ਉਹ meiosis one ਦੀ beginning ਦੇ ਦੌਰਾਨ ਔਰ ਰੈਪਲੀਕੇਸ਼ਨ ਦੇ ਬਾਅਦ ਵਿੱਚ ਬਣਦੇ ਆ। ਫਿਰ ਹੈ ਕਿ ਕਿੰਨੇ ਸੈਲਸ ਬਣਦੇ, ਟੋਟਲ 4 ਸੈਲਸ, 4 ਹੈਪਲੋਇਡ ਸੈਲਸ ਬਣਦੇ ਆ ਮਿਓਸਿਸ 1 ਔਰ ਮਿਓਸਿਸ 2 ਦੇ ਦੌਰਾਨ। ਪ੍ਰੋਫੇਜ਼ ਤੋਂ ਲੈ ਕੇ ਟੀਲੋਫੇਜ਼ ਤੱਕ ਮਿਓਸਿਸ 1 'ਚ ਚੱਲਦਾ, ਪ੍ਰੋਫੇਜ਼ 2 ਮੈਟਾਫੇਜ਼, ਐਨਾਫੇਜ਼, ਟੀਲੋਫੇਜ਼ 2 ਇਹ ਸਭ ਮਿਓਸਿਸ 2 ਦੇ ਵਿੱਚ ਚੱਲਦੇ ਆ। ਠੀਕ ਹੈ, ਸੋ ਸਟਾਰਟ ਕਰਦੀ ਹਾਂ ਕਿ ਪ੍ਰੋਫੇਜ਼ 1 ਦੇ ਵਿੱਚ ਕੀ ਹੁੰਦਾ ਆ। ਆਪਾਂ ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਜਿਹੜਾ ਪ੍ਰੋਫੇਜ਼ 1 ਆ ਇਹ ਲੌਂਗ ਪ੍ਰੋਸੈਸ ਹੁੰਦੀ ਆ, ਲੌਂਗ ਸਟੇਜ ਹੈਗੀ, ਕਿਉਂ ਫਰਦਰ ਇਹਦੇ 5 ਟਾਈਪਸ ਹੈਗੇ ਆ ਨਾ, ਫਰਦਰ 5 ਫੇਜ਼ਿਸ ਦੀ ਕੰਮ ਕਰਦਾ, ਲੈਪਟੋਟੀਨ, ਜ਼ਾਈਗੋਟੀਨ, ਪੈਕੀਟੀਨ, ਡਿਪਲੋਟੀਨ ਐਂਡ ਡਾਈਕਾਈਨੇਸਿਸ। ਠੀਕ ਹੈ, ਸੋ ਜਿਹੜੇ ਲੈਪਟੋਟੀਨ ਹੁੰਦੀ ਆ ਇਹਨੂੰ ਅਸੀਂ ਲੈਪਟੋਨੀਮਾ ਕਹਿੰਦੇ, ਜ਼ਾਈਗੋਟੀਨ ਨੂੰ ਜ਼ਾਈਗੋਨੀਮਾ ਬੋਲਦੇ ਹਾਂ, ਪੈਕੀਟੀਨ ਨੂੰ ਪੈਕੀਨੀਮਾ ਕਿਹਾ ਜਾਂਦਾ ਆ। ਠੀਕ ਹੈ, ਡਿਪਲੋਟੀਨ ਨੂੰ ਡਿਪਲੋਨੀਮਾ ਕਿਹਾ ਜਾਂਦਾ ਆ। ਫਿਰ ਡਾਈਕਾਈਨੇਸਿਸ ਆ ਜਾਂਦੀ ਆ। ਲੈਪਟੋਟੀਨ ਦੇ ਵਿੱਚ ਕੀ ਹੁੰਦਾ ਆ, ਕ੍ਰੋਮੈਟਿਨ ਫਾਈਬਰਸ ਬਿਕਮ ਲੌਂਗ ਸਲੈਂਡਰ ਐਂਡ ਸਲੈਂਡਰ ਕ੍ਰੋਮੋਜ਼ੋਮਸ, ਨਿਊਕਲੀਅਰ ਐਂਡ ਲਾਰਜ। ਇਹਦੇ ਵਿੱਚ ਕ੍ਰੋਮੋਜ਼ੋਮ ਜਿਹੜੇ ਹੈਗੇ ਉਹ ਦਿਖਾਈ ਦੇਣੇ ਸ਼ੁਰੂ ਹੋ ਜਾਂਦੇ, ਮਤਲਬ ਕ੍ਰੋਮੈਟਿਨ ਫਾਈਬਰਸ ਐਸ ਫੇਜ਼ ਦੇ ਵਿੱਚ ਕ੍ਰੋਮੈਟਿਨ ਸਿੰਥੇਸਾਈਜ਼ ਹੁੰਦੇ ਨਾ, ਹੁਣ ਇਹੀ ਕ੍ਰੋਮੈਟਿਨ ਕੰਡੈਂਸ ਹੋ ਕੇ ਕੀ ਬਣਾ ਦਿੰਦੇ, ਕ੍ਰੋਮੋਜ਼ੋਮ ਬਣਾਉਣੇ ਸਟਾਰਟ ਕਰ ਦਿੰਦੇ ਆ, ਔਰ ਜਿਹਦੇ ਕਰਕੇ ਨਿਊਕਲੀਅਸ ਦਾ ਸਾਈਜ਼ ਥੋੜ੍ਹਾ ਵੱਡਾ ਹੋਣਾ ਸ਼ੁਰੂ ਹੋ ਜਾਂਦਾ, ਕਿਉਂਕਿ ਨਿਊਕਲੀਅਸ ਦੇ ਵਿੱਚ ਕ੍ਰੋਮੋਜ਼ੋਮ ਨੂੰ ਸਪੇਸ ਚਾਹੀਦੀ ਹੁੰਦੀ ਆ। ਫਿਰ ਹੈ ਜ਼ਾਈਗੋਟੀਨ। ਜ਼ਾਈਗੋਟੀਨ ਫੇਜ਼ 'ਚ ਕੀ ਹੁੰਦਾ ਆ, ਉਹੀ ਜਿਹੜੇ ਕ੍ਰੋਮੋਜ਼ੋਮਸ ਬਣੇ ਹੁੰਦੇ ਆ ਉਹੀ ਹੌਲੀ ਹੌਲੀ ਕੰਡੈਂਸ ਹੋਣਾ ਸਟਾਰਟ ਕਰ ਦਿੰਦੇ ਆ। ਠੀਕ ਹੈ, ਔਰ ਜਿਹੜੇ ਸਿਮਿਲਰ ਕ੍ਰੋਮੋਜ਼ੋਮਸ ਆ, ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਜਿਹੜੇ ਮੈਟਰਨਲ ਔਰ ਪੈਟਰਨਲ ਕ੍ਰੋਮੋਜ਼ੋਮਸ ਆ ਉਹਨਾਂ 'ਚ ਜਿਨ੍ਹਾਂ 'ਚ ਸਿਮਿਲੈਰਿਟੀ ਹੈ, ਪੈਟਰਨਲ ਕ੍ਰੋਮੋਜ਼ੋਮ ਆ, ਮੈਟਰਨਲ ਕ੍ਰੋਮੋਜ਼ੋਮ। ਹੁਣ ਇਹਨਾਂ 'ਚ ਸਿਮਿਲੈਰਿਟੀ ਹੈਗੀ, ਮੰਨ ਲਓ ਇਹ ਸੇਮ ਹੈਗੇ ਆ। ਠੀਕ ਹੈ, ਅਤੇ ਜਦੋਂ ਇਹ ਇੱਕ ਮਤਲਬ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਆ ਸੈਂਟਰੋਮੀਅਰ ਦੇ ਥਰੂ, ਅਸੀਂ ਇਹਨੂੰ ਬੋਲ ਦਿੰਦੇ ਹਾਂ ਸਾਇਨੈਪਟੋਨੀਮਲ ਕੰਪਲੈਕਸ। ਠੀਕ ਹੈ, ਔਰ ਹੁਣ ਜਿਹੜੀ ਇਹ ਪ੍ਰੋਸੈਸ ਹੁੰਦੀ ਹੈਗੀ ਆ, ਮਤਲਬ ਸਟਰਕਚਰ ਬਣਿਆ ਸਾਇਨੈਪਟੋਨੀਮਲ ਕੰਪਲੈਕਸ। ਠੀਕ ਹੈ, ਔਰ ਇਸ ਪ੍ਰੋਸੈਸ ਨੂੰ ਬੋਲਦੇ ਸਾਇਨੈਪਸਿਸ। ਸਾਇਨੈਪਸਿਸ, ਠੀਕ ਹੈ, ਪ੍ਰੋਸੈਸ ਹੁੰਦੀ ਸਾਇਨੈਪਸਿਸ, ਔਰ ਸਟਰਕਚਰ ਜਿਹੜਾ ਬਣਿਆ ਇਹਨੂੰ ਸਾਇਨੈਪਟੋਨੀਮਲ ਕੰਪਲੈਕਸ ਕਹਾਂਗੇ। ਫਿਰ ਹੈ ਕਿ ਹੁਣ ਜਿਹੜੇ ਇਹ ਹੋਮੋਲੋਗਸ ਕ੍ਰੋਮੋਜ਼ੋਮ ਹੈ, ਹਰ ਇੱਕ ਪੇਅਰ ਦਾ ਜਿਹੜਾ ਹੋਮੋਲੋਗਸ ਕ੍ਰੋਮੋਜ਼ੋਮ ਹੋਏਗਾ ਇਹ ਸਿਮਿਲੈਰਿਟੀ ਵਾਲਾ ਇਹ ਵਾਲਾ। ਠੀਕ ਹੈ, ਦੂਸਰਾ ਸਿਮਿਲੈਰਿਟੀ ਵਾਲਾ ਜਿਹੜਾ ਇਸ ਤਰੀਕੇ ਦਾ ਹੈ ਮੈਟਰਨਲ ਪੈਟਰਨਲ ਕ੍ਰੋਮੋਜ਼ੋਮ, ਜਦੋਂ ਇਸ ਤਰੀਕੇ ਨਾਲ ਬਣ ਜਾਂਦੇ ਇਹਨਾਂ ਨੂੰ ਅਸੀਂ ਬੋਲਦੇ ਟੈਟਰਡ ਜਾਂ ਬਾਈਵੈਲੈਂਟ। ਠੀਕ ਹੈ, ਬਾਈਵੈਲੈਂਟ ਵੀ ਬੋਲ ਦਿੰਦੇ ਇਹਨੂੰ। ਫਿਰ ਹੈ ਥਰਡ ਸਟੇਜ ਆਉਂਦੀ ਆ ਪੈਕੀਟੀਨ ਦੀ, ਪੈਕੀਨੀਮਾ ਕਿਹਾ ਜਾਂਦਾ, ਕੰਪੈਰੀਟਿਵਲੀ ਲੌਂਗ ਫੇਜ਼ ਮੰਨਿਆ ਜਾਂਦਾ, ਤਾਂ ਥੋੜ੍ਹਾ ਇਹ ਜ਼ਾਈਗੋਟੀਨ ਵਗੈਰਾ ਦੇ ਨਾਲੋਂ ਲੈਪਟੋਟੀਨ ਨਾਲੋਂ ਥੋੜ੍ਹਾ ਲੌਂਗ ਫੇਜ਼ ਹੁੰਦਾ ਆ। ਕਿਉਂਕਿ ਜਿਹੜੇ ਬਾਈਵੈਲੈਂਟ ਕ੍ਰੋਮੋਜ਼ੋਮਸ ਹੁੰਦੇ ਆ ਜਿਹੜੇ ਸਿਮਿਲੈਰਿਟੀ ਦੇ ਬੇਸ 'ਤੇ ਇਕੱਠੇ ਹੋਏ ਹੁੰਦੇ, ਹੁਣ ਉਹ ਸਪਲਿਟ ਹੋਣੇ ਸ਼ੁਰੂ ਹੋ ਜਾਂਦੇ ਆ। ਠੀਕ ਹੈ, ਹੁਣ ਦੇਖੋ ਆ ਗਿਆ ਨਾ ਕਿ ਜਦੋਂ ਇਹ ਸਪਲਿਟ ਹੋਣੀ ਸ਼ੁਰੂ ਹੋ ਗਈ ਬਣ ਗਏ ਟੈਟਰਡ। ਜਦੋਂ ਇਕੱਠੇ ਸੀਗੇ ਹਰ ਇੱਕ ਪੇਅਰ ਸੀਗਾ ਬਾਈਵੈਲੈਂਟ ਸੀਗੇ, ਜਦੋਂ ਇਹ ਮਤਲਬ ਸਪਲਿਟ ਹੋਣੀ ਸ਼ੁਰੂ ਹੋ ਗਈ, ਟੁੱਟਣੇ ਸਟਾਰਟ ਹੋ ਗਏ, ਅਲੱਗ-ਅਲੱਗ ਹੋਣੇ, ਉਹਨੂੰ ਟੈਟਰਡ ਕਹਾਂਗੇ। ਠੀਕ ਹੈ, ਸੋ ਹੌਲੀ ਹੌਲੀ ਕੀ ਹੁੰਦਾ ਇਹਨਾਂ ਦਾ ਕ੍ਰੋਸਿੰਗ ਓਵਰ ਹੋਣਾ ਸ਼ੁਰੂ ਹੋ ਜਾਂਦਾ। ਕ੍ਰੋਸਿੰਗ ਓਵਰ ਦਾ ਮਤਲਬ ਜਿਸ ਤਰੀਕੇ ਨਾਲ ਇਹ ਵਾਲਾ ਕ੍ਰੋਮੋਜ਼ੋਮ ਹੈ, ਠੀਕ ਹੈ, ਪੈਟਰਨਲ ਕ੍ਰੋਮੋਜ਼ੋਮ, ਇਹ ਹੈਗਾ ਮੈਟਰਨਲ ਕ੍ਰੋਮੋਜ਼ੋਮ। ਹੁਣ ਮੰਨ ਲਓ ਕਿ ਮੈਟਰਨਲ ਕ੍ਰੋਮੋਜ਼ੋਮ ਦਾ ਕੁਛ ਹਿੱਸਾ ਇਹਨੂੰ ਓਵਰਲੈਪ ਕਰ ਰਿਹਾ। ਠੀਕ ਹੈ, ਠੀਕ ਹੈ, ਇਸ ਤਰੀਕੇ ਨਾਲ ਓਵਰਲੈਪ ਕਰ ਲਿਆ ਇਹਨੂੰ, ਇਸ ਏਰੀਆ ਨੂੰ। ਠੀਕ ਹੈ, ਮੈਟਰਨਲ ਕ੍ਰੋਮੋਜ਼ੋਮ ਦਾ ਕੁਛ ਹਿੱਸਾ ਇੱਧਰ ਔਰ ਪੈਟਰਨਲ ਕ੍ਰੋਮੋਜ਼ੋਮ ਦਾ ਇੱਥੇ ਵਾਲਾ ਹਿੱਸਾ ਦੂਸਰੇ ਪਾਸੇ ਚਲਾ ਜਾਂਦਾ, ਸੋ ਇਹਨੂੰ ਅਸੀਂ ਕੀ ਕਹਿ ਦਿੰਦੇ, ਕ੍ਰੋਸਿੰਗ ਓਵਰ ਹੋਣਾ। ਠੀਕ ਹੈ, ਕ੍ਰੋਸਿੰਗ ਓਵਰ ਦੇ ਦੌਰਾਨ ਕੀ ਬਣਦਾ, ਕਾਈਜ਼ਮਾਟਾ ਬਣਦਾ ਹੈ। ਠੀਕ ਹੈ, ਸੋ ਇਹ ਕੀ ਪ੍ਰੋਸੈਸ ਹੋਈ, ਕ੍ਰੋਸਿੰਗ ਓਵਰ ਹੋਇਆ। ਸੋ ਇਹਦੀ ਪ੍ਰੋਪਰ ਡੈਫੀਨੇਸ਼ਨ ਦੱਸੀ ਹੋਈ ਹੈ ਕਿ ਐਕਸਚੇਂਜ ਆਫ ਜੈਨੇਟਿਕ ਮਟੀਰੀਅਲ ਬਿਟਵੀਨ ਦ ਨॉन sister chromatids of the homologous chromosomes in the presence of enzyme recombinase। recombinase enzyme ਨੇ ਇਹਨਾਂ ਨੂੰ ਇਸ ਤਰੀਕੇ ਨਾਲ ਜੋੜਿਆ ਹੋਇਆ ਹੈ। ਠੀਕ ਹੈ, ਜੋੜ ਦਿੱਤਾ ਕ੍ਰੋਸਿੰਗ ਓਵਰ ਦੇ ਦੌਰਾਨ। ਫਿਰ ਹੈ ਜਿੱਦਾਂ ਹੀ ਪੈਕੀਟੀਨ ਸਟੇਜ ਖਤਮ ਹੁੰਦੀ ਆ ਤਾਂ ਰਿਕੰਬੀਨੇਸ਼ਨ ਵੀ ਖਤਮ ਹੋ ਜਾਂਦਾ। ਫਿਰ ਅੱਗੇ ਆਉਂਦੀ ਹੈਗੀ ਡਿਪਲੋਟੀਨ ਸਟੇਜ, ਇਹ ਪ੍ਰੋਫੇਜ਼ ਚੱਲ ਰਿਹਾ ਸੀ। ਠੀਕ ਹੈ, ਇਹ ਪ੍ਰੋਫੇਜ਼ 1 ਹੈ। ਪ੍ਰੋਫੇਜ਼ 1 ਦੇ ਵਿੱਚ ਕੀ ਹੋਏ ਸੀ, ਕ੍ਰੋਮੋਜ਼ੋਮ ਬਣਨੇ ਸਟਾਰਟ ਹੋ ਗਏ ਸੀ।
ठीक है। ਹੁਣ ਪ੍ਰੋਫੇਜ਼ 1 ਇੱਥੇ ਆਪਾਂ ਨੂੰ ਫਿਗਰ 'ਚ ਪ੍ਰੋਪਰ ਨਹੀਂ ਦਿਖਾਇਆ ਹੋਇਆ, ਇਹਦੀ ਨੈਕਸਟ ਫਿਗਰ ਦੇਖ ਲੈਂਦੇ ਹਾਂ। ਦੇਖੋ ਇਹ ਜਿਹੜੀ ਹੈਗੀ ਆ ਮਿਓਸਿਸ ਦੀ ਪ੍ਰੋਫੇਜ਼ 1 ਦੀ, ਲੈਪਟੋਟੀਨ ਦੇ ਵਿੱਚ ਇਸ ਤਰੀਕੇ ਨਾਲ ਕ੍ਰੋਮੋਜ਼ੋਮਸ ਹੁੰਦੇ ਹੈਗੇ ਆ, ਠੀਕ ਹੈ। ਕਲਰ ਦੇ ਅਕੋਰਡਿੰਗ ਉਹਨਾਂ ਨੇ ਦਿਖਾ ਦਿੱਤੇ ਹੋਏ ਆ, ਇੱਕ ਮੈਟਰਨਲ ਪੈਟਰਨਲ ਕ੍ਰੋਮੋਜ਼ੋਮ, ਇਹ ਮੈਟਰਨਲ ਪੈਟਰਨਲ ਕ੍ਰੋਮੋਜ਼ੋਮ, ਠੀਕ ਹੈ। ਲੈਪਟੋਟੀਨ 'ਚ ਸਿਮਿਲੈਰਿਟੀ ਦੇ ਦੌਰਾਨ ਇਹ ਸੇਮ ਹੋ ਜਾਂਦੇ, ਇਕੱਠੇ ਹੋ ਜਾਂਦੇ ਆ। ਫਿਰ ਕੀ ਹੁੰਦਾ ਜ਼ਾਈਗੋਟੀਨ ਫੇਜ਼ ਦੇ ਵਿੱਚ ਜਿਹੜੇ ਹੈਗੇ ਆ ਇਹ ਇਸ ਤਰੀਕੇ ਨਾਲ ਮਿਲ ਜਾਂਦੇ ਆ, ਠੀਕ ਹੈ। ਪੈਕੇਟਿੰਗ ਸਟੇਜ ਦੇ ਵਿੱਚ ਆਪਾਂ ਕੀ ਪੜ੍ਹਿਆ ਕਿ ਇਹਨਾਂ 'ਚ ਕ੍ਰੋਸਿੰਗ ਓਵਰ ਹੋਇਆ, ਹੁਣ ਇੱਥੇ ਦੇਖ ਸਕਦੇ ਹੋ ਤੁਸੀਂ ਕਿ ਇੱਥੇ ਕ੍ਰੋਸਿੰਗ ਓਵਰ ਹੋ ਰਿਹਾ, ਠੀਕ ਹੈ। ਜੈਨੇਟਿਕ ਮਟੀਰੀਅਲ ਐਕਸਚੇਂਜ ਹੋ ਰਿਹਾ, ਇਹਨੂੰ ਅਸੀਂ ਕਹਿ ਦਿੰਦੇ ਹਾਂ ਕ੍ਰੋਸਿੰਗ ਓਵਰ। ਨੈਕਸਟ ਆਉਂਦੀ ਹੈ ਡਿਪਲੋਟੀਨ ਸਟੇਜ। ਹੁਣ ਕ੍ਰੋਸਿੰਗ ਓਵਰ ਦੇ ਦੌਰਾਨ ਜਿੱਦਾਂ ਇਹ ਸਟੇਜ ਖਤਮ ਹੋਈ, ਕ੍ਰੋਸਿੰਗ ਓਵਰ ਵੀ ਖਤਮ ਹੋ ਗਿਆ, ਔਰ ਜੈਨੇਟਿਕ ਮਟੀਰੀਅਲ ਕੀ ਹੋ ਗਿਆ, ਐਕਸਚੇਂਜ ਹੋ ਗਿਆ ਡਿਪਲੋਟੀਨ ਦੇ ਵਿੱਚ, ਠੀਕ ਹੈ। ਫਿਰ ਕੀ ਹੁੰਦਾ ਹੈਗਾ, ਹੁਣ ਇਹ ਜਿੱਦਾਂ ਅਟੈਚ ਸੀ, ਇੱਥੋਂ ਦੇਖੋ ਕਿ ਅਟੈਚ ਹੈਗੇ ਸੈਂਟਰੋਮੀਅਰ ਦੇ ਥਰੂ, ਇੱਥੇ ਕੀ ਹੋਣੇ ਆ, ਅਲੱਗ ਹੋਣੇ ਸ਼ੁਰੂ ਹੋ ਜਾਂਦੇ ਆ, ਠੀਕ ਹੈ, ਡਿਪਲੋਟੀਨ ਸਟੇਜ ਦੇ ਵਿੱਚ। ਨੈਕਸਟ ਡਾਇਕਾਇਨੇਸਿਸ ਸਟੇਜ ਆਉਂਦੀ ਹੈ। ਡਾਇਕਾਇਨੇਸਿਸ ਸਟੇਜ ਦੇ ਵਿੱਚ ਆਪਣੇ ਆਪਣੇ ਜੈਨੇਟਿਕ ਮਟੀਰੀਅਲ ਜੋ ਵੀ ਇਹਨਾਂ 'ਚ ਚੇਂਜ ਹੋਇਆ ਜੈਨੇਟਿਕ ਮਟੀਰੀਅਲ, ਉਹਨੂੰ ਲੈ ਕੇ ਇੱਕ ਦੂਸਰੇ ਦੇ ਓਪੋਜ਼ਿਟ ਸਾਈਡਸ 'ਤੇ ਜਾਣੇ ਸ਼ੁਰੂ ਹੋ ਜਾਂਦੇ, ਓਪੋਜ਼ਿਟ ਪੋਲਸ 'ਤੇ ਜਾਣੇ ਸ਼ੁਰੂ ਹੋ ਜਾਂਦੇ, ਠੀਕ ਹੈ। ਸੋ ਆਪਾਂ ਹੁਣ ਇਹਨਾਂ ਦੇ ਬਾਰੇ ਇਹੀ ਸਟੱਡੀ ਕਰਦੇ ਹਾਂ। ਡੈਜ਼ੋਲਿਊਸ਼ਨ of the synaptonymal complex occur and recombined homologous chromosomes of the bivalent separate from each other except at the sister sites of the crossover, ਠੀਕ ਹੈ। ਜਿੱਥੋਂ crossover ਹੋਇਆ ਹੁੰਦਾ ਉੱਥੇ ਕੀ ਅਟੈਚ ਰਹਿੰਦਾ, ਅਦਰਵਾਈਜ਼ ਇਹ ਜਿਹੜੀ ਸਟੇਜ ਹੁੰਦੀ ਹੈ ਇਹਦੇ ਵਿੱਚ ਅਲੱਗ ਹੋਣੇ ਸ਼ੁਰੂ ਹੋ ਜਾਂਦੇ। ਸੋ ਐਕਸ ਸ਼ੇਪਡ ਸਟਰਕਚਰ ਜਿਹੜਾ ਉਹਨੂੰ ਅਸੀਂ ਕਾਇਜ਼ਮਾਟਾ ਬੋਲਦੇ, ਜਿਹੜਾ ਬਣਨਾ ਸ਼ੁਰੂ ਹੋ ਗਿਆ ਨਾ। ਔਰ in the oocytes of some vertebrates diplotin lasts for month or years, ਠੀਕ ਹੈ। ਕੁਛ vertebrates ਦੇ ਅੰਦਰ ਇਹਨੂੰ ਮੰਥ ਵੀ ਲੱਗ ਸਕਦੇ ਔਰ ਈਅਰਸ ਵੀ ਲੱਗ ਸਕਦੇ ਆ। ਫਿਰ ਹੈ ਡਾਇਕਾਇਨੇਸਿਸ ਸਟੇਜ। ਡਾਇਕਾਇਨੇਸਿਸ ਸਟੇਜ 'ਚ ਹੁਣ ਆਪਾਂ ਕੀ ਪੜ੍ਹਿਆ, ਟਰਮੀਨਲਾਈਜੇਸ਼ਨ ਆਫ ਕਾਇਜ਼ਮਾਟਾ, ਕ੍ਰੋਮੋਜ਼ੋਮਸ ਫੁਲੀ ਕੰਡੈਂਸ ਹੁੰਦੇ ਆ, ਮਾਇਓਟਿਕ ਸਪਿੰਡਲ ਫਾਈਬਰਸ originate from the poles to prepare homologous chromosome for separation। ਹੁਣ ਕੀ ਬਣਨੇ ਸ਼ੁਰੂ ਹੋ ਜਾਂਦੇ ਆ, ਸਪਿੰਡਲ ਫਾਈਬਰਸ ਬਣਨੇ ਸ਼ੁਰੂ ਹੋ ਜਾਂਦੇ ਇਸ ਤਰੀਕੇ ਨਾਲ, ਠੀਕ ਹੈ, ਤਾਂ ਕਿ ਕ੍ਰੋਮੋਜ਼ੋਮਸ ਇਹਦੇ ਵਿੱਚ ਅਰੇਂਜ ਹੋ ਸਕਣ ਔਰ ਨੈਕਸਟ ਮੈਟਾਫੇਜ਼ ਪਰਫਾਰਮ ਕਰ ਸਕਣ, ਠੀਕ ਹੈ। ਸੋ ਆਉਂਦੇ ਆਂਗੇ ਮੈਟਾਫੇਜ਼ ਦੇ ਉੱਤੇ। ਇਹ ਆਪਣਾ ਪ੍ਰੋਫੇਜ਼ ਕੰਪਲੀਟ ਹੋਇਆ, ਠੀਕ ਹੈ। ਪ੍ਰੋਫੇਜ਼ 1 ਤੋਂ ਬਾਅਦ ਕੀ ਆਉਂਦਾ, ਮੈਟਾਫੇਜ਼। ਦੇਖੋ ਮੈਟਾਫੇਜ਼ 'ਚ ਕੀ ਹੈ ਕਿ ਇਹਦੇ ਵਿੱਚ ਸਪਿੰਡਲ ਫਾਈਬਰਸ ਬਣਨੇ ਸ਼ੁਰੂ ਹੋ ਗਏ, ਸੈਂਟਰੀਓਲਸ ਤੋਂ ਸਪਿੰਡਲ ਫਾਈਬਰਸ, ਮਤਲਬ ਮਾਈਕੋਟਿਬਿਊਲਸ ਨਿਕਲੇ ਇਸ ਤਰੀਕੇ ਨਾਲ, ਔਰ ਕ੍ਰੋਮੋਜ਼ੋਮਸ ਉਹਨਾਂ ਦੇ ਵਿੱਚ ਅਟੈਚ ਹੋ ਗਏ ਸੈਂਟਰੋਮੀਅਰ ਦੇ ਥਰੂ, ਠੀਕ ਹੈ। ਸੋ ਇਹੀ ਦੱਸਿਆ ਹੋਇਆ ਆ ਕੀ ਹੁੰਦਾ ਆ, ਸਪਿੰਡਲ ਫਾਰਮੇਸ਼ਨ ਬਣ ਜਾਂਦੀ ਹੈਗੀ ਆ, ਹੋ ਜਾਂਦੀ ਆ, ਠੀਕ ਹੈ। ਕ੍ਰੋਮੋਜ਼ੋਮਸ ਅਲਾਈਨ ਇਕੱਠੇ ਹੋ ਜਾਂਦੇ ਇਕੁਏਟੋਰੀਅਲ ਪਲੇਟ ਦੇ ਵਿੱਚ, ਠੀਕ ਹੈ। ਔਰ ਕਿੱਥੋਂ ਮਾਈਕੋਟਿਬਿਊਲਸ ਜਿਹੜੇ ਹੈਗੇ ਆ ਉਹਨਾਂ ਦੇ ਨਾਲ ਕ੍ਰੋਮੋਜ਼ੋਮਸ ਜਿਹੜੇ ਉਹ ਅਟੈਚ ਹੋ ਜਾਂਦੇ ਆ, ਠੀਕ ਹੈ। ਫਰਦਰ ਹੈ ਐਨਾਫੇਜ਼ 1। ਐਨਾਫੇਜ਼ 1 ਦੇ ਵਿੱਚ ਕੀ ਹੁੰਦਾ ਆ, ਦੇਖੋ ਐਨਾਫੇਜ਼ 1 ਦੇ ਵਿੱਚ ਕੀ ਹੋਇਆ, ਇਹੀ ਜਿਹੜੀ ਕ੍ਰੋਮੋਜ਼ੋਮ ਸੀਗੇ ਨਾ ਮਾਈਕੋਟਿਬਿਊਲਸ ਨਾਲ ਅਟੈਚ। ਹੁਣ ਮਾਈਕੋਟਿਬਿਊਲਸ ਜਿੱਦਾਂ ਹੈਗੇ ਉਹ ਸ਼ਾਰਟਨਿੰਗ ਹੋਣ ਲੱਗ ਗਈ, ਉਹਨਾਂ ਦੀ ਸ਼ਾਰਟ ਹੋਣ ਲੱਗ ਗਏ ਅਤੇ ਡਿਸਟੈਂਸ ਕ੍ਰੀਏਟ ਹੋਣ ਲੱਗ ਗਈ ਇਹਨਾਂ ਦੇ ਵਿੱਚ, ਜਿਨ੍ਹਾਂ ਦੇ ਕਰਕੇ ਜਿਹੜੇ ਕਾਈਨੈਟੋਕੋਰ ਤੋਂ ਅਟੈਚ ਸੀਗੇ, ਆਪਣੇ ਸੈਂਟਰੋਮੀਅਰ ਤੋਂ ਅਟੈਚ ਸੀਗੇ ਜਿਹੜੇ ਕ੍ਰੋਮੈਟਿਡ ਸੀਗੇ, ਸਿਸਟਰ ਕ੍ਰੋਮੈਟਿਡ, ਉਹ ਦੂਰ ਦੂਰ ਹੋਣੇ ਸ਼ੁਰੂ ਹੋ ਗਏ, ਇੱਕ ਦੂਸਰੇ ਦੇ ਓਪੋਜ਼ਿਟ ਪੋਲਸ ਦੇ ਵਿੱਚ ਜਾਣੇ ਸ਼ੁਰੂ ਹੋ ਗਏ। ਦੈਨ ਆਉਂਦਾ ਟੀਲੋਫੇਜ਼। ਟੀਲੋਫੇਜ਼ ਦੇ ਦੌਰਾਨ ਇਹਨਾਂ ਦੇ ਆਸ-ਪਾਸ ਨਿਊਕਲੀਅਰ ਮੈਮਬ੍ਰੇਨ ਬਣਨੀਆਂ ਸ਼ੁਰੂ ਹੋ ਜਾਂਦੀਆਂ ਔਰ ਇਸ ਤਰੀਕੇ ਨਾਲ ਕ੍ਰੋਮੋਸੋਮ ਦੀ ਫਾਰਮ ਦੇ ਵਿੱਚ ਆ ਜਾਂਦੇ ਆ, ਠੀਕ ਹੈ। ਸੋ ਇਹਦੇ ਨਾਲ ਮਿਓਸਿਸ 1 ਖਤਮ ਹੋ ਜਾਂਦਾ ਆ, ਠੀਕ ਹੈ। ਮੈਟਾਫੇਜ਼ 'ਚ ਆਪਾਂ ਕਰ ਲਿਆ ਹੈ ਨਾ ਕਿ ਸਪਿੰਡਲ ਫਾਈਬਰਸ ਬਣਦੇ, ਕ੍ਰੋਮੋਜ਼ੋਮਸ ਅਲਾਈਨ ਹੋ ਜਾਂਦੇ ਆ। ਨੈਕਸਟ ਹੈ ਐਨਾਫੇਜ਼। ਐਨਾਫੇਜ਼ ਦੇ ਵਿੱਚ ਇਹੀ ਕ੍ਰੋਮੋਜ਼ੋਮਸ ਸੈਪਰੇਟ ਹੋਣੇ ਸ਼ੁਰੂ ਹੋ ਜਾਂਦੇ ਆ, ਠੀਕ ਹੈ, ਜਿਹੜੇ ਸੈਂਟਰੋਮੀਅਰ ਦੇ ਨਾਲ ਅਟੈਚ ਹੁੰਦੇ ਆ। ਸੈਂਟਰੋਮੀਅਰ ਦੇ ਨਾਲ ਅਟੈਚ ਰਹਿੰਦੇ ਆ ਬਟ ਇੱਕ ਦੂਸਰੇ ਤੋਂ ਅਲੱਗ ਹੋ ਜਾਂਦੇ ਆ। ਤੇ ਹੈ ਟੀਲੋਫੇਜ਼। ਟੀਲੋਫੇਜ਼ ਦੇ ਵਿੱਚ ਕੀ ਹੁੰਦਾ ਆ, ਨਿਊਕਲੀਅਰ ਮੈਮਬ੍ਰੇਨ ਆ ਜਾਂਦੀਆਂ, ਠੀਕ ਹੈ। ਔਰ ਜਦੋਂ ਨਿਊਕਲੀਅਰ ਮੈਮਬ੍ਰੇਨ ਜਿਹੜੀਆਂ ਅਪੀਅਰ ਹੋ ਜਾਂਦੀਆਂ ਅਤੇ ਡਾਟਰ ਸੈਲਜ਼ ਹੈਪਲੋਇਡ ਫਾਰਮ ਦੇ ਵਿੱਚ ਅੱਗੇ ਪਾਸ ਹੋ ਜਾਂਦੀ, ਇਸ ਤਰੀਕੇ ਨਾਲ 2 ਹੈਪਲੋਇਡ ਸੈਲਜ਼ ਬਣ ਜਾਂਦੇ ਹੈਗੇ ਆਪਣੇ ਕ੍ਰੋਮੋਜ਼ੋਮਸ ਨੂੰ ਲੈ ਕੇ, ਠੀਕ ਹੈ। ਸੋ ਇੰਟਰਫੇਸ ਤੋਂ ਬਾਅਦ ਕੀ ਹੁੰਦਾ ਆ, ਫਿਰ ਸਾਈਟੋਕਾਈਨੇਸਿਸ ਹੋ ਵੀ ਸਕਦੀ ਔਰ ਨਹੀਂ ਵੀ ਹੋ ਸਕਦੀ, ਜਿਹਦੇ ਨਾਲ ਸੈੱਲ ਅਲੱਗ ਹੋ ਜਾਂਦੇ ਆ। ਅਗਰ ਸਾਈਟੋਕਾਈਨੇਸਿਸ ਹੋ ਗਈ ਤਾਂ 2 ਸੈੱਲ ਅਲੱਗ-ਅਲੱਗ ਹੋ ਜਾਣਗੇ, ਅਦਰਵਾਈਜ਼ ਉਹ ਇਕੱਠੇ ਵੀ ਰਹਿ ਸਕਦੇ ਆ। ਫਿਰ ਇੱਕ ਮਿਓਸਿਸ 2 ਹੋਣ ਦੇ ਲਈ ਫਿਰ ਇੱਕ ਛੋਟਾ ਜਿਹਾ ਇੰਟਰਫੇਸ ਚੱਲਦਾ, ਉਸ ਤੋਂ ਬਾਅਦ ਜਿਹੜੀ ਹੈਗੀ ਆ ਉਹ ਮਿਓਸਿਸ 2 ਸਟਾਰਟ ਹੋ ਜਾਂਦੀ ਆ, ਠੀਕ ਹੈ। ਹੁਣ DNA ਰੈਪਲੀਕੇਸ਼ਨ ਨਹੀਂ ਹੋਏਗਾ ਇਹਦੇ ਵਿੱਚ। DNA ਰੈਪਲੀਕੇਸ਼ਨ ਆਪਾਂ ਪਹਿਲਾਂ ਵੀ ਕਰ ਚੁੱਕੇ ਕਿ ਇੱਕ ਹੀ ਵਾਰ ਹੁੰਦਾ ਆ, ਠੀਕ ਹੈ। ਸੋ ਮਿਓਸਿਸ 2 ਸਟਾਰਟ ਕਰੀਏ। ਮਿਓਸਿਸ 2 ਸੇਮ ਉੱਦਾਂ ਹੀ ਹੈਗਾ ਜਿੱਦਾਂ ਮਾਈਟੋਸਿਸ ਦਾ
ਪ੍ਰੋਫੇਜ਼, ਮੈਟਾਫੇਜ਼, ਐਨਾਫੇਜ਼, ਟੀਲੋਫੇਜ਼ ਕੰਮ ਕਰਦਾ। ਸੋ ਆਪਾਂ ਇੱਕ ਵਾਰ ਡਾਇਗਰਾਮ ਤੋਂ ਦੇਖ ਲੈਂਦੇ ਹਾਂ। ਦੇਖੋ ਮਿਓਸਿਸ 2 ਦੇ ਵਿੱਚ ਕੀ ਹੋਇਆ, ਜਿਹੜੇ ਇਹੀ ਸੈੱਲ ਸੀਗੇ ਇਹ ਦਿਖਾ ਦਿੱਤੇ, ਠੀਕ ਹੈ। ਪ੍ਰੋਫੇਜ਼ ਦੇ ਵਿੱਚ, ਪ੍ਰੋਫੇਜ਼ 2 ਦੇ ਵਿੱਚ ਕੀ ਹੁੰਦਾ, ਇਹਨਾਂ ਦੇ ਸਪਿੰਡਲ ਫਾਈਬਰਸ ਆ ਜਾਂਦੇ ਆ, ਸਪਿੰਡਲ ਫਾਈਬਰਸ ਇਹਨਾਂ ਨੂੰ ਅਲਾਈਨ ਕਰਦੇ ਆ ਮੈਟਾਫੇਜ਼ ਦੇ ਵਿੱਚ। ਐਨਾਫੇਜ਼ ਦੇ ਵਿੱਚ ਕੀ ਹੁੰਦਾ, ਫਿਰ ਇਹ ਸੇਮ ਇਸ ਤਰੀਕੇ ਨਾਲ ਹੀ ਮਾਈਕਰੋਟਿਬਿਊਲਸ ਜਿਹੜੇ ਹੁੰਦੇ, ਮਾਈਕਰੋਟਿਬਿਊਲਸ ਉਹ ਇਹਨਾਂ ਨੂੰ ਸੈਪਰੇਟ ਕਰ ਦਿੰਦੇ ਆ। ਫਰਦਰ ਟੀਲੋਫੇਜ਼ 2 ਦੇ ਵਿੱਚ ਇਹ ਆਪਣੀ ਅਲੱਗ ਹੋ ਜਾਂਦੀ ਨਿਊਕਲੀਅਰ ਮੈਮਰੀਨ ਦੇ ਥਰੂ, ਠੀਕ ਹੈ। ਨਿਊਕਲੀਅਰ ਮੈਮਰੀਨ ਬਣ ਜਾਂਦੀਆਂ ਤੇ ਅਲੱਗ ਹੋ ਜਾਂਦੇ, ਸੇਮ ਉਹੀ ਸਾਰਾ ਕੁਝ ਦੱਸਿਆ ਹੋਇਆ, ਠੀਕ ਹੈ। ਸੋ ਪ੍ਰੋਫੇਜ਼ 2 ਸਾਈਟੋਕਾਈਨਸਿਸ ਦੇ ਦੌਰਾਨ ਸਿੱਧੀ ਪ੍ਰੋਫੇਜ਼ 2 ਸਟਾਰਟ ਹੋ ਜਾਂਦਾ। ਨਿਊਕਲੀਆਈ ਡਿਸਅਪੀਅਰ ਹੋ ਜਾਂਦਾ ਕਿਉਂਕਿ ਅੱਗੇ ਸਪੇਸ ਚਾਹੀਦੀ ਹੁੰਦੀ ਕ੍ਰੋਮੋਜ਼ੋਮਸ ਨੂੰ। ਮੈਟਾਫੇਜ਼ 2 ਦੇ ਵਿੱਚ ਕੀ ਹੁੰਦਾ ਆ, ਮਾਈਕਰੋਟਿਬਿਊਲਸ ਜਿਹੜੇ ਆ ਉਹ ਆਪੋਜ਼ਿਟ ਪੋਲਸ ਤੇ ਆ ਕੇ ਕਾਈਨੈਟੋਕੋਰ ਦੇ ਥਰੂ ਅਟੈਚ ਕਰ ਲੈਂਦੇ ਕ੍ਰੋਮੈਟਿਡਸ ਨੂੰ ਆਪਣੇ ਨਾਲ। ਐਨਾਫੇਜ਼ 'ਚ ਕੀ ਹੁੰਦਾ, ਉਹ ਸਪਲਿਟਿੰਗ ਹੋਣੀ ਸ਼ੁਰੂ ਹੋ ਜਾਂਦੀ, ਅਲੱਗ-ਅਲੱਗ ਹੋਣੇ ਸ਼ੁਰੂ ਹੋ ਜਾਂਦੇ, ਆਪੋਜ਼ਿਟ ਪੋਲਸ ਦੇ ਵਿੱਚ ਚਲੇ ਜਾਂਦੇ ਆ। ਕਿਉਂ, ਮਾਈਕਰੋਟਿਬਿਊਲਸ ਛੋਟੇ ਹੋ ਗਏ, ਸ਼ਾਰਟਨਿੰਗ ਹੋ ਗਈ ਉਹਨਾਂ 'ਚ। ਟੀਲੋਫੇਜ਼ 'ਚ ਕੀ ਹੁੰਦਾ ਹੈ ਕਿ ਦੋ ਗਰੁੱਪ ਆਫ ਕ੍ਰੋਮੋਜ਼ੋਮਸ ਜਿਹੜੇ ਹੈਗੇ ਆ ਫਿਰ ਦੁਬਾਰਾ ਨਿਊਕਲੀਅਰ ਮੈਮਰੀਨ ਦੇ ਥਰੂ ਜਿਹੜੀ ਹੈਗੀ ਉਹ ਕਵਰ ਅਪ ਹੋ ਜਾਂਦੀ। ਨਿਊਕਲੀਅਰ ਮੈਮਰੀਨ ਜਿਹੜੀ ਇਸ ਤਰੀਕੇ ਨਾਲ ਬਣ ਜਾਂਦੀ ਹੈਗੀ ਆ ਔਰ ਆਸ-ਪਾਸ ਸੈੱਲ ਮੈਮਰੀਨ ਬਣ ਜਾਂਦੀ। ਤਾਂ ਟੋਟਲ ਕਿੰਨੇ ਬਣੇ, 4 ਡਾਟਰ ਸੈਲਸ ਪ੍ਰੋਡਿਊਸ ਹੋਏ। ਹੁਣ ਮਿਓਸਿਸ ਦੀ ਸਿਗਨੀਫਿਕੈਂਸ ਕੀ ਹੈਗੀ ਆ, ਪਹਿਲਾਂ ਤਾਂ ਹਰ ਇੱਕ ਸਪੀਸ਼ੀਜ਼ ਦੇ ਵਿੱਚ ਨੰਬਰ ਆਫ ਕ੍ਰੋਮੋਜ਼ੋਮਸ ਪਾਸ ਕਰਦੇ। ਹੁਣ ਮਾਈਟੋਸਿਸ ਹੀ ਹੁੰਦੀ ਰਹੇਗੀ ਤਾਂ ਨੰਬਰ ਆਫ ਕ੍ਰੋਮੋਜ਼ੋਮਸ ਤਾਂ ਵੱਧ ਜਾਣਗੇ। ਇਸ ਕਰਕੇ ਮਿਓਸਿਸ ਦੀ ਪ੍ਰੋਸੈਸ ਹੁੰਦੀ ਆ ਕਿ ਸੈੱਲ ਦੇ ਵਿੱਚ ਕ੍ਰੋਮੋਜ਼ੋਮ ਨੰਬਰ ਜਿਹੜੇ ਹੈਗੇ ਆ ਉਹ ਜਿੰਨੇ ਹੈਗੇ ਉਨੇ ਹੀ ਰਹਿ ਪਾਉਣ, ਠੀਕ ਹੈ। ਇਸੇ ਕਰਕੇ ਇਹਦੇ ਵਿੱਚ ਰਿਡਕਸ਼ਨਲ ਡਿਵੀਜ਼ਨ ਹੁੰਦੀ, ਪਹਿਲੇ ਹਾਫ ਹੁੰਦੇ ਕ੍ਰੋਮੋਜ਼ੋਮਸ। ਫਿਰ ਹੈ ਕਿ ਇਹਦੇ ਨਾਲ ਕੀ ਹੁੰਦਾ, ਹੁਣ ਮੈਟਰਨਲ ਔਰ ਪੈਟਰਨਲ ਕ੍ਰੋਮੋਜ਼ੋਮਸ ਆਪਸ 'ਚ ਫਿਊਜ਼ ਕਰਦੇ ਆ, ਠੀਕ ਹੈ। ਇਸੇ ਫਿਊਜ਼ਨ ਦੀ ਵਜ੍ਹਾ ਦੇ ਨਾਲ ਕੀ ਹੁੰਦਾ ਆ, ਜਿਹੜਾ ਜੈਨੇਟਿਕ ਮੈਟੀਰੀਅਲ ਉਹ ਐਕਸਚੇਂਜ ਹੁੰਦਾ ਆ ਔਰ ਉਸੇ ਐਕਸਚੇਂਜ ਦੇ ਕਰਕੇ ਕੀ ਹੁੰਦਾ ਆ, ਜੈਨੇਟਿਕ ਵੇਰੀਏਸ਼ਨ ਆਉਂਦੀ ਆ। ਤੋ ਐਵੋਲਿਊਸ਼ਨ ਦੇ ਲਈ ਕਾਫੀ ਇੰਪੋਰਟੈਂਟ ਆ, ਠੀਕ ਹੈ। ਸੋ ਮੇਨ ਇਹੀ ਹੈ ਮਿਓਸਿਸ ਦਾ। ਅੱਗੇ ਵੀ ਇਹੀ ਦੱਸਿਆ ਹੋਇਆ ਕਿ ਮਿਓਸਿਸ ਦੇ ਥਰੂ ਕੀ ਹੁੰਦਾ ਆ ਕਿ ਗੈਮੀਟ ਫਾਰਮ ਹੁੰਦੇ ਆ, ਮੇਲ ਗੈਮੀਟ ਔਰ ਫੀਮੇਲ ਗੈਮੀਟ ਫਾਰਮ ਹੁੰਦੇ ਆ ਤਾਂ ਕਿ ਸੈਕਸ਼ੂਅਲ ਰਿਪਰੋਡਕਸ਼ਨ ਹੋ ਸਕੇ। ਜੈਨੇਟਿਕ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਹ ਅੱਗੇ ਪਾਸ ਹੁੰਦੀ ਹੈਗੀ ਆ ਨੈਕਸਟ ਜਨਰੇਸ਼ਨ 'ਚ ਮੈਟਰਨਲ ਪੈਟਰਨਲ ਕ੍ਰੋਮੋਜ਼ੋਮਸ ਦੀ ਮਿਕਸਿੰਗ ਦੇ ਨਾਲ, ਠੀਕ ਹੈ। ਔਰ ਗੈਮੀਟਸ ਦੇ ਵਿੱਚ ਇਹ ਜਿਹੜੀ ਹੈਗੀ ਆ ਵੇਰੀਏਸ਼ਨ ਦੇ ਕਰਕੇ ਥੋੜ੍ਹੀ ਅਲੱਗ ਤਰੀਕੇ ਨਾਲ ਪਾਸ ਹੁੰਦੀ ਆ। ਫਿਰ ਮਿਓਸਿਸ ਫੈਸਿਲੀਟੇਟ ਦ ਸਟੇਬਲ ਸੈਕਸ਼ੂਅਲ ਰਿਪਰੋਡਕਸ਼ਨ, ਠੀਕ ਹੈ। ਕਿ without the halving of ploidy or the chromosome count, fertilization would result in the zygote and has twice the number of chromosomes than the zygote from the previous generation. So successive generation would have exponential increase in chromosome count, resulting in the unwieldy genome would cripple the reproductive fitness of species. ਮਤਲਬ ਉਹੀ ਵਾਲਾ ਹੈਗਾ ਕਿ ਅਗਰ ਜਿਹੜੇ ਕ੍ਰੋਮੋਜ਼ੋਮ ਨੰਬਰ ਮਤਲਬ ਜਿਹੜੇ ਹੈਗੇ ਉਹ ਹਾਫ ਨਹੀਂ ਹੋ ਪਾਉਣ ਤਾਂ ਜਿਹੜੇ ਕ੍ਰੋਮੋਜ਼ੋਮ ਨੰਬਰ ਹੈਗੇ ਉਹ ਤਾਂ ਟਵਾਈਸ ਹੋ ਜਾਣੇ ਜ਼ਾਈਗੋਟ ਦੇ ਵਿੱਚ। ਦੇਖੋ ਕਿਉਂਕਿ ਜਿਹੜਾ ਮੈਟਰਨਲ ਕ੍ਰੋਮੋਜ਼ੋਮ ਹੁੰਦਾ ਹੁਣ ਹੁੰਦਾ ਤਾਂ ਉਹ ਵੀ ਡਿਪਲੋਇਡ ਆ, ਪੈਟਰਨਲ ਕ੍ਰੋਮੋਜ਼ੋਮ ਹੈਗਾ ਆ, ਠੀਕ ਹੈ। ਇਹ ਪੈਟਰਨਲ ਕ੍ਰੋਮੋਜ਼ੋਮ ਫਾਦਰ ਦਾ, ਮੈਟਰਨਲ ਕ੍ਰੋਮੋਜ਼ੋਮ ਮਦਰ ਦਾ, ਇਹ ਡਿਪਲੋਇਡ ਹੁੰਦੇ ਆ। ਬਟ ਅਗਰ ਇਹ ਸੇਮ ਹੀ ਡਿਪਲੋਇਡ ਹੀ ਅੱਗੇ ਪਾਸ ਹੋਣਗੇ, ਠੀਕ ਹੈ। ਮੰਨ ਲਓ 46 ਆ ਹੈ ਨਾ, ਇਹ ਵੀ 46 ਸੀਗੇ, 46 ਹੀ ਪਾਸ ਹੋਣਗੇ। ਫਿਰ ਤਾਂ ਜਿਹੜਾ ਨਿਊ ਜ਼ਾਈਗੋਟ ਬਣੇਗਾ ਇਹਨਾਂ ਦੀ ਫਿਊਜ਼ਨ ਦੇ ਦੌਰਾਨ, ਫਿਊਜ਼ਨ ਦੇ ਨਾਲ ਉਹਦੇ ਵਿੱਚ ਤਾਂ 92 ਕ੍ਰੋਮੋਜ਼ੋਮਸ ਆ ਜਾਣਗੇ, ਹੈ ਨਾ। ਇਹ ਤਾਂ ਨੰਬਰ ਆਫ ਕ੍ਰੋਮੋਜ਼ੋਮਸ ਵੱਧ ਗਏ। ਸੋ ਇੱਦਾਂ ਨਹੀਂ ਹੋਣੀ ਚਾਹੀਦੀ। ਇਸ ਕਰਕੇ ਕੀ ਹੁੰਦਾ ਕਿ ਇਹ ਚਾਹੇ ਡਿਪਲੋਇਡ ਹੁੰਦੇ ਆ, ਇਹ ਹੈਪਲੋਇਡ ਪਹਿਲੇ ਬਣਦੇ ਆ, ਮਿਓਸਿਸ ਦੇ ਦੌਰਾਨ ਹੈਪਲੋਇਡ ਹੁੰਦੇ, ਫਿਰ ਇਹ ਹੈਪਲੋਇਡ ਦੀ ਫਿਊਜ਼ਨ ਹੁੰਦੀ ਤਾਂ ਜ਼ਾਈਗੋਟ ਜਿਹੜਾ ਉਹ ਵੀ ਇਹਨਾਂ ਦੀ ਤਰ੍ਹਾਂ ਡਿਪਲੋਇਡ ਬਣੇਗਾ, ਠੀਕ ਹੈ। ਸੋ ਇਹ ਜ਼ਰੂਰੀ ਆ। ਫਿਰ ਹੈ ਸਟੇਬਿਲਿਟੀ ਨੂੰ ਮੇਨਟੇਨ ਕਰਨ ਦੇ ਲਈ, ਹੈ ਨਾ। ਫਿਰ ਹੈ ਕ੍ਰੋਸਿੰਗ ਓਵਰ ਹੁੰਦਾ ਆ, ਰਿਕੰਬੀਨੇਸ਼ਨ ਹੁੰਦਾ ਆ।